आ के गए, किसानां नूं सपोर्ट कीती, कैनेडा दे विच भी बहुत सपोर्ट कीती, तुसीं किसान धरने दे विच आके गए, इत्थे आके सपोर्ट कीती, पर ये सारे इन्ने वक्फे तो बाद हुण क्यों तुहाडा ट्विटर अकाउंट बंद कीता? पता नहीं जी, मैं भी तुहाडे वांगू ही मैनूं तां आप नहीं पता भी क्यों कीता गया। ट्विटर इंडिया ये गल कह रहा कि तुसी कोई नॉर्म्स की वायलेशन नहीं की, तुसी उन्हां दी किसी गाइडलाइन नूं नहीं तोड़िया। इंडियन गवर्नमेंट ने रेकमेंड किया कि जैजी बी का अकाउंट सस्पेंड कर दिता जाए। जैजी बी नूं फिर क्यों इस तरह एंटी नैशनल एंटी इंडिया क्यों पेंट किया जा रहा है? ने वही गल है, सरकारां दे जिहड़े अपने तुसीं देख लो जिहड़े इन्हां दे आईटी सैल ने वो खरीदे हुए ने सारे फेक आईडियां बना के ਉਹੀ ਕਾਪੀ ਪੇਸਟ ਕਰੀ ਜਾਂਦੇ ਨੇ ਵੀ ਇਹ ਤਾਂ ਜੀ ਇਦਾਂ, ਇਹ ਤਾਂ ਖਾਲਿਸਤਾਨੀ, ਇਹ ਤਾਂ ਆਤੰਕਵਾਦੀ ਨੇ, ਇਹ ਤਾਂ ਆਹ ਨੇ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਕਿਹਾ ਕਿ ਘੱਲੂਘਾਰੇ ਦਾ ਇਨਸਾਫ ਨਹੀਂ ਮਿਲਿਆ। ਐਸਜੀਪੀਸੀ ਪ੍ਰਧਾਨ ਨੇ ਇੰਨੀ ਗੱਲ ਕਹੀ ਕਿ 84 ਦਾ ਇਨਸਾਫ ਮੰਗਣਾ ਸਿੱਖਾਂ ਦਾ ਹੱਕ ਹੈਗਾ, ਤੇ ਫਿਰ ਇਸ ਹਿਸਾਬ ਨਾਲ ਤੇ ਐਂਟੀ ਨੈਸ਼ਨਲ ਉਹ ਵੀ ਹੋ ਗਏ ਜੇ ਐਂਟੀ ਨੈਸ਼ਨਲ ਜੈਜੀ ਵੀ ਹੈਗਾ। ਬੱਬੂ ਮਾਨ ਨੇ ਬੜੇ मतलब गायकी ਦੇ ਵਿੱਚ बड़े पोलिटिकल हार्डकोर पोलिटिकल मुद्दों ਨੂੰ ਚੁੱਕਿਆ। ਤੁਸੀਂ ਬੱਬੂ ਮਾਨ ਨੂੰ ਨਹੀਂ ਕਦੇ ਸੁਝਾਅ ਦਿੱਤਾ ਕਿ ਪੋਲਿਟਿਕਸ 'ਚ ਆਉਣਾ ਚਾਹੀਦਾ, ਐਕਟਿਵ ਪੋਲਿਟਿਕਸ 'ਚ ਆਉਣਾ ਚਾਹੀਦਾ? ਬਹੁਤ ਨੌਲੇਜ ਹੈ ਬਾਈ ਨੂੰ, ਬਹੁਤ ਪੜ੍ਹਿਆ ਲਿਖਿਆ ਬੰਦਾ ਹੈ ਨਾ, ਤੇ ਬਹੁਤ ਹੈ, ਪਰ ਲੇਕਿਨ ਕਹਿੰਦਾ ਵੀ ਪੋਲਿਟਿਕਸ ਨਹੀਂ ਆਉਣਾ, ਪਰ ਜੇ ਕੋਈ ਆਪਣਾ ਬੰਦਾ ਆਊਗਾ ਵਧੀਆ ਉਹਨੂੰ ਅਸੀਂ ਸਪੋਰਟ ਜ਼ਰੂਰ ਕਰਾਂਗੇ। ਤੁਹਾਨੂੰ ਲੱਗਦਾ ਕਿ ਹੁਣ ਤੁਸੀਂ ਜੇ ਅਗਰ ਇੰਡੀਆ ਆਉਂਦੇ ਹੋ ਤੁਹਾਨੂੰ ਅਰੈਸਟ ਕੀਤਾ ਜਾ ਸਕਦਾ? ਮੈਨੂੰ ਕੋਈ ਡਰ ਨਹੀਂ ਹੈ, ਸਾਡੀ ਆਪਣੀ ਕੰਟਰੀ ਹੈ, ਉੱਥੇ ਮੈਂ ਜੰਮਿਆ ਹੈ ਨਾ, ਉੱਥੇ ਹੀ ਆਉਣਾ, ਮੁੜ ਕੇ ਉੱਥੇ ਆਵਾਂਗੇ। ਜੇ ਇਦਾਂ ਦਾ ਕੋਈ ਚੱਕਰ ਹੋਊਗਾ ਕੋਈ ਗੱਲ ਨਹੀਂ ਜੀ, ਅਸੀਂ ਰੈਡੀ ਹਾਂ। ਸਤਿ ਸ਼੍ਰੀ ਅਕਾਲ, दैनिक सवेरा टीवी देख रहे हो तुसी, मैं हाँ पमिल भाटिया। ट्विटर इंडिया ने पिछले कुछ समय दौरान देश के बहुत सारे अजिहे लोगों के अकाउंट सस्पेंड किए जिन्हों ने या तो किसान एजीटेशन की सपोर्ट की सी या 84 मसले ते इंसाफ की मंग ट्विटर जरिए की सी। जिन्हों के अकाउंट सस्पेंड किए गए उन्होंने बहुत सारिया नामवर शख्सियतां भी शामिल ने। साडे नाल अज दैनिक सवेरा स्टूडियो के बहुत ही खास मेहमान जुड़ रहे हैं जिन्हों का हाल ही दे ट्विटर अकाउंट सस्पेंड किया गया है। साडे नाल जुड़ रहे हैं लाइव जैजी बी। जैजी बहुत बहुत स्वागत है दैनिक सवेरा ते साडे नाल जुड़न दे लई। जैजी बी पंजाब दे मकबूल गायक ने, उन्हां तो गलबात करते हैं, पुछते हैं क्यों उन्हां दा अकाउंट सस्पेंड किया गया, क्योंकि किसान एजीटेशन नूं बहुत देर तो सपोर्ट करते आ रहे हैं। हुण उन्हां दा अकाउंट क्यों सस्पेंड किया गया? हर साल वो 84 के समर्थन दे विच भी पोस्टां पाउंदे ने, पर इन्नी देर बाद अकाउंट ट्विटर ने सस्पेंड क्यों किया? जैजी भाई बहुत बहुत स्वागत है दैनिक सवेरा ते। थैंक यू भाई, और जिन्ने भी दैनिक सवेरा इस वेले देख रहे हैं बड़ी प्यार ते सत्कार भी सारिਆਂ ਨੂੰ। भाई जी पहले ये क्लीयर करो भी हुण जिस तरह मैं पहले कहा तुसी आके गए, किसानां नूं सपोर्ट की, कैनेडा दे विच भी बहुत सपोर्ट की, तुसी किसान धरने दे विच आके गए, इत्थे आके सपोर्ट की, पर ये सारे इन्ने वक्फे तो बाद हुण क्यों तुहाडा ट्विटर अकाउंट बंद किया? पता नहीं जी, मैं भी ਤੁਹਾਡੇ ਵਾਂਗੂ ਹੀ ਮੈਨੂੰ ਤਾਂ ਆਪ ਨਹੀਂ ਪਤਾ ਵੀ ਕਿਉਂ ਕੀਤਾ ਗਿਆ। ਮੈਨੂੰ ਤਾਂ ਪਤਾ ਵੀ ਨਹੀਂ ਲੱਗਣਾ ਸੀ ਉਹ ਤਾਂ, ਮੈਂ ਮਤਲਬ ਕਿਉਂਕਿ ਈਮੇਲਸ ਦੇ ਤਾਂ ਨੋਟੀਫਿਕੇਸ਼ਨ ਬੰਦ ਨੇ ਕੀਤੇ ਹੁੰਦੇ, ਬਹੁਤ ਜ਼ਿਆਦਾ ਈਮੇਲਸ ਆਉਂਦੀਆਂ ਨੇ, ਲੇਕਿਨ 2-3 ਮੈਸੇਜ ਆਏ ਕਹਿੰਦੇ ਜੀ ਤੁਹਾਡਾ ਇੰਡੀਆ 'ਚ ਭਾਜੀ ਵਿਥਹੈਲਡ ਕਰਤਾ ਅਕਾਊਂਟ। ਮੈਂ ਕਿਹਾ ਬੜੀ ਮੀਨ ਵਿਥਹੈਲਡ ਕਿੱਦਾਂ ਕਰਤਾ? ਤੇ ਫਿਰ ਮੈਂ ਆਪਣੀ ਈਮੇਲਸ ਜਾ ਕੇ ਦੇਖਿਆ, ਉਹ ਟਵਿੱਟਰ ਵੱਲੋਂ ਈਮੇਲ ਆਈ ਹੋ ਸੀਗੀ, ਉਹਦੇ ਵਿੱਚ ਬਸ ਕਲੀਅਰਲੀ ਇੱਦਾਂ ਹੀ ਲਿਖਿਆ ਹੋਇਆ, ਕਹਿੰਦੇ ਵੀ ਯੂ ਡਿਡਨਟ ਡੂ ਐਨੀਥਿੰਗ ਰੋਂਗ, ਵੀ ਤੁਸੀਂ ਕੁਛ ਗਲਤ ਨਹੀਂ ਕੀਤਾ, ਡਿਊ ਟੂ ਇੰਡੀਅਨ ਗਵਰਨਮੈਂਟ, ਵੀ ਇੰਡੀਆ ਦੀ ਗਵਰਨਮੈਂਟ ਵੱਲੋਂ ਆਰਡਰ, ਇਸ ਕਰਕੇ ਤੁਹਾਡਾ ਅਕਾਊਂਟ ਵਿਥਹੈਲਡ ਕਰ ਰਹੇ ਹਾਂ। ਪਰ ਤੁਸੀਂ ਕਹਿ ਰਹੇ ਵੀ ਤੁਸੀਂ, ਮੈਂ ਕੋਈ ਗਾਈਡਲਾਈਨ ਨਹੀਂ ਤੋੜੀ ਹੈ ਨਾ, ਮੈਂ ਗਾਈਡਲਾਈਨ ਨੂੰ ਫੋਲੋ ਕਰ ਰਿਹਾ ਹੈ ਨਾ, ਤੇ ਇੱਕ ਪਾਸੇ ਤੁਸੀਂ ਕਹਿ ਰਹੇ ਵੀ ਗਵਰਨਮੈਂਟ ਦੇ ਆਰਡਰ ਦੇ ਉੱਤੇ ਤੁਹਾਡਾ ਅਕਾਊਂਟ ਵਿਥਹੈਲਡ ਕੀਤਾ। ਸੋ ਮੈਂ ਤਾਂ ਬਹੁਤ ਸ਼ੌਕ ਸੀਗਾ ਹੈ ਨਾ, ਕਿਉਂਕਿ ਜਿਹੜੀ ਇਹ ਚਾਹੇ ਕਿਸਾਨ ਪ੍ਰੋਟੈਸਟ ਦੀ ਗੱਲ ਕਰ ਲਓ, ਤੁਸੀਂ ਫਾਰਮਰਸ ਪ੍ਰੋਟੈਸਟ ਦੀ ਗੱਲ ਕਰ ਲਓ, ਉਹ ਰਿਐਲਿਟੀ ਹੈ ਨਾ, ਉਹ ਕੁਛ ਬਣਾਈਆਂ ਹੋਈਆਂ ਗੱਲਾਂ ਤਾਂ ਹੈ ਨਹੀਂ ਗੀਆਂ ਹੈ ਨਾ। ਜੇ ਮੈਂ ਉੱਥੇ 25 ਦਿਨ ਬੋਰਡਰਾਂ ਦੇ ਉੱਤੇ ਬੈਠ ਕੇ ਗਿਆ, ਮੈਂ ਉਹਨਾਂ ਦੇ ਦਰਦ ਕਰਕੇ ਆਇਆ ਸੀ। ਸਾਡੇ ਲੋਕ ਨੇ, ਸਾਡੇ ਬਜ਼ੁਰਗ ਨੇ, ਸਾਡੀਆਂ ਮਾਤਾਵਾਂ, ਸਾਡੇ ਬੱਚੇ ਉੱਥੇ ਦਿੱਲੀ ਦੀਆਂ ਸੜਕਾਂ ਤੇ ਰੁਲਦੇ ਆ, ਠੀਕ ਹੈ ਨਾ, ਤੇ ਉਹਨਾਂ ਲੋਕਾਂ ਦੀ ਇਹ ਸਰਕਾਰ ਬਣਾਈ ਹੋਈ ਆ ਹੈ ਨਾ। ਤੇ ਤੁਸੀਂ ਸਰਕਾਰ ਦਾ ਕੰਮ ਤਾਂ ਹੁੰਦਾ ਵੀ ਆਮ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਸੁਣਨੀ ਆ ਹੈ ਨਾ, ਤੇ ਉੱਥੇ ਉਹ ਲੱਖਾਂ ਹਜ਼ਾਰਾਂ ਲੋਕ ਇੰਨੇ ਚਿਰ ਤੋਂ ਬੈਠੇ ਨੇ, 6 ਮਹੀਨਿਆਂ ਤੋਂ ਕਿੰਨੇ ਸ਼ਹੀਦ ਵੀ ਹੋ ਗਏ ਨੇ, 5-6 ਤੋਂ ਵੱਧ ਸਾਡੇ ਕਿਸਾਨ ਜਿਹੜੇ ਨੇ। ਤੇ ਤੁਸੀਂ ਮਤਲਬ ਜਿਹੜਾ ਫਰੀडम ਆਫ ਸਪੀਚ ਕਹਿੰਦੇ ਨੇ ਉਹ ਵੀ ਤੁਸੀਂ ਬੰਦ ਕਰ ਰਹੇ ਹੋ। बिल्कुल बिल्कुल, मैं एक चीज़ ये जानना चाहना, एक चीज़ बाई जी ये जानना चाहना कि जदों ट्विटर इंडिया ये गल कह रहा
ਕਿ ਤੁਸੀਂ ਕੋਈ ਨੋਰਮਸ ਦੀ ਵਾਇਓਲੇਸ਼ਨ ਨਹੀਂ ਕੀਤੀ, ਤੁਸੀਂ ਉਹਨਾਂ ਦੀ ਕਿਸੇ ਗਾਈਡਲਾਈਨ ਨੂੰ ਨਹੀਂ ਤੋੜਿਆ। ਇੰਡੀਅਨ ਗਵਰਨਮੈਂਟ ਨੇ ਰეკਮੈਂਡ ਕੀਤਾ ਕਿ ਜੈਜ਼ੀ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਜਾਵੇ। ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਹੈ ਕਿ ਪਾਵਰ ਵਿਦਆਊਟ ਅਕਾਊਂਟੇਬਿਲਿਟੀ। ਜੇ ਤੁਹਾਡੇ ਕੋਲ ਤਾਕਤ ਹੈਗੀ ਹੈ ਤੇ ਤੁਸੀਂ ਇਸਤੇਮਾਲ ਕਰ ਸਕਦੇ ਹੋ। ਹਾਂ ਬਿਲਕੁਲ ਜੀ, ਉਹੀ ਹੋ ਰਿਹਾ, ਮਤਲਬ ਸ਼ਰੇਆਮ ਹੋ ਰਹੀ ਚੀਜ਼। ਤੇ ਚਲੋ ਸਾਡੇ ਵੱਲੋਂ ਹੁਣ ਲੀਗਲੀ ਅਟਾਰਨੀ ਮੇਰੇ ਨੇ ਆਲਰੇਡੀ ਮੇਲਾਂ ਕੱਢੀਆਂ ਹੋਈਆਂ ਨੇ ਉਹਨਾਂ ਨੂੰ, ਟਵਿੱਟਰ ਨੂੰ, ਤੇ ਹਾਲੇ ਤੱਕ ਕੋਈ ਉਹਨਾਂ ਦਾ ਜਵਾਬ ਨਹੀਂ ਆਇਆ। ਤੇ ਜਵਾਬ ਤਾਂ ਦੇਣਾ ਹੀ ਪਊਗਾ ਨਾ, ਕਿਉਂਕਿ ਇਦਾਂ ਤਾਂ ਤੁਸੀਂ ਕਰ ਨਹੀਂ ਸਕਦੇ ਹਨਾ ਬਈ ਕਿਸੇ ਵੀ ਵਿਅਕਤੀ ਦਾ ਤੁਸੀਂ ਜਿਹੜਾ ਫਰੀडम ਆਫ ਸਪੀਚ ਹੈ, ਉਹਦੀ ਬੋਲਣ ਦੀ ਆਵਾਜ਼ ਹੈ ਜਾਂ ਵੌਇਸ ਰੇਸ ਕਰ ਰਹੇ ਆ, ਤੇ ਉਹਨੂੰ ਤੁਸੀਂ ਬਲੌਕ ਹੀ ਕਰੋ ਵੀ ਉਹਦੀ ਆਵਾਜ਼ ਹੀ ਬੰਦ ਕਰ ਦਿਓ ਹਨਾ। ਇਹ ਤਾਂ ਮਤਲਬ ਕਿਉਂਕਿ ਇਹ ਦੋਨੋਂ ਜੈਦੀ ਭਾਈ, ਇਹ ਦੋਨੋਂ ਚੀਜ਼ਾਂ ਸੰਵਿਧਾਨ ਦੇ ਦਾਇਰੇ 'ਚ ਆਉਂਦੀਆਂ ਨੇ। ਫਰੀडम ਆਫ ਸਪੀਚ ਵੀ ਤੁਹਾਡਾ ਭਾਰਤ ਦੇ ਵਿੱਚ ਸੰਵਿਧਾਨਿਕ ਹੱਕ ਹੈਗਾ, ਔਰ ਦੂਸਰਾ ਫਰੀडम ਟੂ ਪ੍ਰੋਟੈਸਟ ਵੀ ਸੰਵਿਧਾਨਿਕ ਹੱਕ ਹੈਗਾ। ਤੇ ਫਿਰ ਇਸ ਦੇ ਵਿੱਚ ਗੈਰ ਕਾਨੂੰਨੀ ਕਿੱਥੇ ਆ? ਹਾਂਜੀ ਉਹੀ ਤਾਂ ਗੱਲ ਹੈ ਜੀ। ਜੇ ਮੈਂ ਚਲੋ ਸੋਚਾਂ, ਜੇ ਕਈ ਕਹਿੰਦੇ ਵੀ AD4 ਦੀ ਸਪੋਰਟ ਕਰਦੇ, AD4 ਦੀ ਸਪੋਰਟ ਸਾਰਿਆਂ ਦਾ ਫਰਜ਼ ਬਣਦਾ। 37 ਈਅਰ ਹੋ ਗਿਆ, 37 ਸਾਲ ਹੋ ਗਏ ਨੇ, ਠੀਕ ਹੈ ਨਾ। ਉਹ ਵੀ ਹਿਸਟਰੀ ਆ। ਉਹ ਜਿਹੜਾ ਸਿੱਖ ਜੈਨੋਸਾਈਡ ਹੋਇਆ ਹਨਾ, ਉਹ ਘੱਲੂਘਾਰਾ ਹੋਇਆ ਉੱਥੇ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਵਿੱਚ ਜੋ ਅਟੈਕ ਕੀਤਾ ਗਿਆ, ਕਿੰਨੇ ਸ਼ਹੀਦ ਹੋਏ ਨੇ, ਕਿੰਨੇ ਬੇਨਿਹੱਤੇ ਜਿਹੜੇ ਬੱਚੇ, ਬਜ਼ੁਰਗ, ਮਾਤਾਵਾਂ ਉੱਥੇ ਆਪਣੀ ਜ਼ਿੰਦਗੀ ਖੋ ਚੁੱਕੇ ਨੇ। ਤੇ ਉਹ ਹਲੇ ਤੱਕ ਦਰਦ ਆ, ਉਹ ਸਾਨੂੰ ਦਰਦ ਹੈ। ਕੀ ਕਹਿ ਦਿੰਦੇ ਯਾਰ ਤੁਸੀਂ ਭੁੱਲ ਕਿਉਂ ਨਹੀਂ ਸਕਦੇ ਹੋ? ਮੈਂ ਉਹਨੂੰ ਇੱਕੋ ਹੀ ਗੱਲ ਕਹਿੰਦਾ ਉਹਨਾਂ ਨੂੰ ਵੀ ਕਿੱਦਾਂ ਭੁੱਲ ਸਕਦੇ ਆ ਜੇ ਹੁਣ ਤੁਸੀਂ ਜਿੱਦਾਂ ਫੋਰ ਐਗਜ਼ਾਮਪਲ ਮੇਰੇ ਮਾਮ ਡੈਡ ਦੀ ਡੈਥ ਹੋਈ ਆ, ਮੈਂ ਮਿਸ ਤਾਂ ਉਹਨਾਂ ਨੂੰ ਰੋਜ਼ ਕਰਦਾ, ਲੇਕਿਨ ਜਿਹੜੀ ਡੇਟ ਨੂੰ ਉਹ ਪੂਰੇ ਹੋਏ ਨੇ ਉਹ ਮੇਰੇ ਲਈ ਜ਼ਿਆਦਾ ਭਾਵੁਕ ਹੋਣ ਵਾਲੀ ਡੇਟ ਹੁੰਦੀ ਆ। ਉਦੋਂ ਮੈਂ ਜ਼ਿਆਦਾ ਸੈਡ ਹੁੰਦਾ, ਉਦੋਂ ਮੈਂ ਜ਼ਿਆਦਾ ਉਹਨਾਂ ਨੂੰ ਯਾਦ ਕਰਦਾ। ਸੋ ਇਹ ਤਾਂ ਸਾਡਾ ਫਰਜ਼ ਬਣਦਾ ਵੀ ਇੱਦਾਂ ਦੀਆਂ ਚੀਜ਼ਾਂ ਨੂੰ ਆਪਾਂ ਕਿੱਦਾਂ ਭੁੱਲ ਸਕਦੇ ਹਾਂ? ਮੈਂ ਕੋਈ ਵਾਇਲੈਂਟ ਕ੍ਰੀਏਟ ਨਹੀਂ ਕਰ ਰਿਹਾ, ਮੈਂ ਕੋਈ ਹੇਟ ਕ੍ਰੀਏਟ ਨਹੀਂ ਕਰ ਰਿਹਾ, ਠੀਕ ਹੈ ਨਾ। ਅਸੀਂ ਤਾਂ ਕਹਿੰਦੇ ਆ ਵੀ ਗੌਰਮੈਂਟ ਨੂੰ ਵੀ ਬੇਨਤੀ ਕਰਦੇ ਆ ਵੀ ਭਾਈ ਜਿਹੜੇ ਬਿੱਲ ਹੈ ਵਾਪਸ ਲਓ, ਜਿਹੜੇ ਆਪਣੇ ਕਿਸਾਨ ਨੇ ਉਹ ਆਪਣੇ ਆਪਣੇ ਘਰਾਂ ਨੂੰ ਖੁਸ਼ ਜਾਣ ਹਨਾ। ਸੋ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਉਂ ਬਲੌਕ ਕੀਤਾ, ਸਿੰਪਲ ਇਜ਼ ਦੈਟ ਹਨਾ। ਹਾਂ, ਤੁਹਾਨੂੰ ਮਤਲਬ ਤੁਸੀਂ ਸਮਝਦੇ ਕੀ ਪਏ ਹੋ ਕਿ 84 ਦੇ ਇਨਸਾਫ ਦੇ ਲਈ ਜੇ ਤੁਸੀਂ ਕਿਹਾ ਕਿ ਜੇ ਕੋਈ ਬੇਦੋਸ਼ੀਆ ਮਾਰਿਆ ਗਿਆ ਤੇ ਉਸ ਤੇ ਉਹਦਾ ਇਨਸਾਫ ਮਿਲਣਾ ਚਾਹੀਦਾ, ਤੁਸੀਂ ਜੇ ਇਹ ਗੱਲ ਕਰਦੇ ਹੋ ਤੇ ਤੁਹਾਨੂੰ ਲੱਗਦਾ ਕਿ ਇਸ ਕਰਕੇ ਅਕਾਊਂਟ ਬੰਦ ਹੋਇਆ? ਨਹੀਂ, ਮੈਨੂੰ ਪਤਾ ਨਹੀਂ, ਮੈਂ ਤਾਂ ਹਰੇਕ ਸਾਲ ਕਰਦਾ। ਮੈਂ ਤਾਂ ਇੰਨੇ ਚਿਰ ਤੋਂ ਮੈਂ ਹਰੇਕ ਸਾਲ ਜਦੋਂ 1 ਤਰੀਕ ਤੋਂ ਲੈ ਕੇ ਮੈਂ ਤਾਂ 8 ਤੱਕ ਕਰਦਾ, ਵੈਸੇ 6 ਤੱਕ ਕਹਿੰਦੇ ਜੋ ਵੀ ਆ। ਮੈਂ ਤਾਂ 1 ਤੋਂ ਲੈ ਕੇ 8 ਤੱਕ ਨਾ ਹੋਰ ਕੋਈ ਪੋਸਟਾਂ ਪਾਉਣਾ, ਤੇ ਇਹੀ ਪੋਸਟਾਂ ਹੁੰਦੀਆਂ ਨੇ ਹਨਾ। ਤੇ ਉਹਦੇ ਵਿੱਚ ਏਦਾਂ ਦੀ ਕੋਈ ਮੈਂ ਗੱਲ ਨਹੀਂ ਕੀਤੀ ਵੀ ਇੱਕ ਦੂਸਰੇ ਨੂੰ ਹੇਟ ਕਰੋ। ਮੈਂ ਸਮੇਂ ਤਾਂ ਉਹਨਾਂ ਨੂੰ ਰੋਕਦਾ ਹੁੰਦਾ ਜਿਹੜੇ ਬੰਦੇ ਕਹਿੰਦੇ ਨੇ ਇਹ ਤਾਂ ਜੀ ਐਂਟੀ ਇੰਡੀਅਨ ਹੈ। ਐਂਟੀ ਇੰਡੀਅਨ ਅਸੀਂ ਕਿੱਦਾਂ ਹੋ ਸਕਦੇ ਆ? ਮੇਰਾ ਜਨਮ ਇੰਡੀਆ ਦਾ, ਇੰਡੀਆ ਨੂੰ ਅਸੀਂ ਦਿਲੋਂ ਪਿਆਰ ਕਰਦੇ ਹਾਂ, ਸਾਡੀ ਕੰਟਰੀ ਆ। ਅਸੀਂ ਐਂਟੀ ਹੈਗੇ ਆ ਜਿਹੜੀ ਕਰਪਟ ਗਵਰਨਮੈਂਟ ਹੈ, ਜਿਹੜੀ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਰਹੀ ਆ ਹਨਾ। ਉਹ ਡਿਵਾਈਡ ਐਂਡ ਰੂਲ ਵਾਲੇ ਜਿਹੜੇ ਰੈਗੂਲੇਸ਼ਨ ਕਰ ਰਹੇ ਆ, ਡਿਕਟੇਟਰਸ਼ਿਪ ਉਹ ਕਰ ਰਹੇ ਆ, ਇੱਕ ਦੂਸਰੇ ਨੂੰ ਮਤਲਬ ਧੱਕਾ ਜਿਹੜਾ ਨਾ ਉਹਦੇ ਅਗੇਂਸਟ ਹੈ ਅਸੀਂ। ਕੰਟਰੀ ਤਾਂ ਸਾਡੀ ਆ, ਸਾਡੀ ਕੰਟਰੀ ਰਹਿਣੀ ਆ ਹਨਾ। ਬਿਲਕੁਲ ਬਿਲਕੁਲ, ਇਹ ਬਹੁਤ ਵਧੀਆ ਗੱਲ ਤੁਸੀਂ ਕੀਤੀ। ਜੈਜ਼ੀ ਬੀ ਨੂੰ ਫਿਰ ਕਿਉਂ ਇਸ ਤਰ੍ਹਾਂ ਐਂਟੀ ਨੈਸ਼ਨਲ, ਐਂਟੀ ਇੰਡੀਆ ਕਿਉਂ ਪੇਂਟ ਕੀਤਾ ਜਾ ਰਿਹਾ? ਨਹੀਂ ਉਹੀ ਗੱਲ ਹੈ, ਸਰਕਾਰਾਂ ਦੇ ਜਿਹੜੇ ਆਪਣੇ ਤੁਸੀਂ ਦੇਖ ਲਓ, ਜਿਹੜੇ ਇਹਨਾਂ ਦੇ IT ਸੈੱਲ ਨੇ ਉਹ ਖਰੀਦੇ ਹੋਏ ਨੇ ਸਾਰੇ, ਫੇਕ ਆਈਡੀਆਂ ਬਣਾ ਕੇ ਉਹੀ ਕਾਪੀ ਪੇਸਟ ਕਰੀ ਜਾਂਦੇ ਨੇ ਹਨਾ। ਵੀ ਇਹ ਤਾਂ ਜੀ ਏਦਾਂ ਜੀ, ਇਹ ਤਾਂ ਖਾਲਿਸਤਾਨੀ, ਇਹ ਤਾਂ ਆਤੰਕਵਾਦੀ ਨੇ, ਇਹ ਤਾਂ ਆਹ ਨੇ, ਇਹ ਤਾਂ ਉਹ ਨੇ ਹਨਾ। ਅਸੀਂ ਤਾਂ ਤਿਰੰਗੇ ਨੂੰ ਵੀ ਉਨਾ ਪਿਆਰ ਕਰਦੇ ਹਾਂ ਹਨਾ, ਜਿੰਨਾ ਅਸੀਂ ਆਪਣੇ ਆਪਣੇ ਨਿਸ਼ਾਨ ਦੂਸਰੇ ਨੂੰ, ਨਿਸ਼ਾਨ ਸਾਹਿਬ ਨੂੰ ਕਰਦੇ ਹਾਂ। ਉਹ ਵੀ ਸਾਡਾ, ਉਹ ਇੱਕ ਸਾਡਾ ਚਿੰਨ੍ਹ ਨਿਸ਼ਾਨ ਹੈ। ਲੇਕਿਨ ਜਿਹੜਾ ਕੰਟਰੀ ਦਾ ਝੰਡਾ, ਅਸੀਂ ਉਹਨੂੰ ਕਦੇ ਨਫ਼ਰਤ ਨਹੀਂ ਕੀਤੀ, ਠੀਕ ਹੈ ਨਾ। ਤੇ ਇਹ ਤਾਂ ਗੱਲਾਂ ਜਿਹੜੀਆਂ ਬਣਾਉਣ ਵਾਲੀਆਂ ਨੇ ਵੀ ਡਿਵਾਈਡ ਐਂਡ ਰੂਲ, ਹਲੇ ਤੱਕ ਉਹੀ ਗੋਰਿਆਂ ਵਾਲੀ ਇਹਨਾਂ ਨੇ ਚੱਕੀ ਹੋਈ ਹੈ ਗੱਲ ਵੀ ਡਿਵਾਈਡ ਐਂਡ ਰੂਲ ਕਰੋ। ਜਾਤਾਂ ਪਾਤਾਂ ਤੇ ਧਰਮਾਂ ਦੇ ਨਾਵਾਂ ਤੇ ਲੜਾਈ ਕਰਾ ਰਹੇ ਨੇ, ਕਿਉਂਕਿ ਇਹਨਾਂ ਦੀ ਕੁਰਸੀ ਫੇਰੀ ਬਚਣੀ ਆ। ਸੋ ਮੈਂ ਤਾਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ, ਜਿਹੜੇ ਆਮ ਜਨਤਾ, ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ, ਇੱਕ ਦੂਸਰੇ ਨੂੰ ਨਫ਼ਰਤ ਨਾ ਕਰੋ, ਪਿਆਰ ਵੰਡੋ, ਇਕੱਠਾ ਹੀ, ਕੋਈ ਫਰਕ ਨਹੀਂ ਹੈ, ਕੋਈ ਹਿੰਦੂ ਮੁਸਲਿਮ ਸਿੱਖ ਕੋਈ ਨਹੀਂ, ਬਸ ਇਨਸਾਨੀਅਤ ਦੀ ਲੜਾਈ ਹੈ। ਇਨਸਾਨੀਅਤ ਨੂੰ ਪਿਆਰ ਕਰੋ। ਅੱਜ ਉਹ 1.5-2 ਸਾਲ ਚ ਹੋਇਆ, ਤੁਸੀਂ ਦੇਖੋ ਕਰੋਨਾ ਦੇ ਨਾਲ ਕਿੰਨੇ ਲੋਕੀ ਸਾਡੇ ਮੁਲਕ ਦੇ ਵਿੱਚ ਮਰ ਗਏ ਨੇ, ਕਿੰਨੇ ਇੱਧਰ ਬਾਹਰ ਵੀ ਮਰੇ ਨੇ, ਠੀਕ ਹੈ ਨਾ। ਲਾਈਫ ਬਹੁਤ ਛੋਟੀ ਆ, ਇਹ ਪਿਆਰ ਵੰਡਣਾ ਚਾਹੀਦਾ, ਨਫ਼ਰਤ ਨਾ ਬੀਜੋ। ਪਰ ਮੈਨੂੰ ਲੱਗਦਾ ਕਿ ਜੇ ਇਸ ਦਾਇਰੇ ਦੇ ਵਿੱਚ, ਮੈਨੂੰ ਲੱਗਦਾ ਕਿ ਜੇ ਇਸ ਤਰ੍ਹਾਂ ਦੇ ਨਾਲ 84 ਦੀ ਗੱਲ ਕਰਨ ਦੇ ਨਾਲ
ਜੈਜ਼ੀ ਵੀ ਐਂਟੀ ਨੈਸ਼ਨਲ ਹੈ, ਤੇ ਫਿਰ ਐਂਟੀ ਨੈਸ਼ਨਲ ਤੇ ਮਾਨਯੋਗ ਜਥੇਦਾਰ ਅਕਾਲ ਤਖਤ ਸਾਹਿਬ ਵੀ ਹੋ ਗਏ ਤੇ ਮਾਨਯੋਗ SGPC ਪ੍ਰਧਾਨ ਵੀ ਹੋ ਗਏ। ਨਹੀਂ ਦੇਖੋ, ਗੱਲ ਤਾਂ ਐਂਡ ਤੇ ਉਹੀ ਹੈ ਜੀ, ਇਹ ਤਾਂ ਸਭ ਗੱਲਾਂ ਬਣਾਉਣ ਵਾਲੀਆਂ ਨੇ, ਵੀ ਨਫ਼ਰਤ ਫੈਲਾਉਣ ਵਾਲੀ ਗੱਲ ਹੈ ਨਾ, ਹਨਾ। ਤੇ ਕੋਈ ਵੀ ਗੱਲ ਆ, ਕੋਈ ਵੀ ਐਂਟੀ ਨਹੀਂ ਹੈ, ਸਾਰੇ ਪਿਆਰ ਕਰਦੇ ਆ ਜੀ, ਆਪਾਂ ਇੱਕ ਦੂਸਰੇ ਨੂੰ ਪਿਆਰ ਕਰਨ ਵਾਲੇ ਲੋਕ ਆ, ਠੀਕ ਹੈ ਨਾ। ਇਹ ਤਾਂ ਮਤਲਬ ਜਿਹੜੀਆਂ ਜਿੱਦਾਂ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਇਹ ਮੈਂ ਇਸ ਲਈ ਗੱਲ ਜੈਜ਼ੀ ਮੈਂ ਇਸ ਲਈ ਇਹ ਗੱਲ ਕਰ ਰਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਕਿਹਾ ਕਿ ਘੱਲੂਘਾਰੇ ਦਾ ਇਨਸਾਫ ਨਹੀਂ ਮਿਲਿਆ, ਭਾਰਤ ਦੀ ਸਰਕਾਰ ਦੀਆਂ ਪੇਸ਼ਕਦਮੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਖਿਲਾਫ ਹੈਗੀਆਂ ਨੇ। SGPC ਪ੍ਰਧਾਨ ਨੇ ਇੰਨੀ ਗੱਲ ਕਹੀ ਕਿ 84 ਦਾ ਇਨਸਾਫ ਮੰਗਣਾ ਸਿੱਖਾਂ ਦਾ ਹੱਕ ਹੈਗਾ, ਤੇ ਫਿਰ ਇਸ ਹਿਸਾਬ ਨਾਲ ਤੇ ਐਂਟੀ ਨੈਸ਼ਨਲ ਉਹ ਵੀ ਹੋ ਗਏ ਜੇ ਐਂਟੀ ਨੈਸ਼ਨਲ ਜੈਜ਼ੀ ਵੀ ਹੈਗਾ। ਨਹੀਂ ਦੇਖੋ ਜੀ, ਇਹ ਤਾਂ ਬਾਕੀ ਹੱਕ ਹੈ, ਇਹ ਤਾਂ ਸਾਰਿਆਂ ਦਾ ਹੱਕ ਹੈ, ਕਿ ਇਨਸਾਨ ਦਾ ਹੱਕ ਹੈ ਇਹ ਤਾਂ, ਠੀਕ ਹੈ ਨਾ। ਜੇ ਇਹ ਧੱਕਾ ਹੋਇਆ ਸਿੱਖਾਂ ਦੇ ਨਾਲ, ਉੱਥੇ ਤਾਂ ਸਾਰਿਆਂ ਦਾ ਫਰਜ਼ ਬਣਦਾ, ਉੱਥੇ ਤਾਂ ਸਾਰੀਆਂ ਕਮਿਊਨਿਟੀਆਂ ਦਾ, ਸਾਰੇ ਲੋਕਾਂ ਦਾ ਸਮੇਂ ਇਕੱਠਾ ਹੋ ਕੇ ਉਹਨੂੰ ਉਸ ਚੀਜ਼ ਨੂੰ ਕਹਿਣਾ ਚਾਹੀਦਾ ਵੀ ਕਿਉਂ ਨਹੀਂ ਇਨਸਾਫ ਮਿਲਿਆ, ਕਦੋਂ ਸਾਡੇ ਨਾਲ ਵੀ ਇਹ ਗੱਲ ਹੋ ਸਕਦੀ ਹੈ, ਠੀਕ ਹੈ ਨਾ। ਉਹ ਤਾਂ ਇਕੱਲੇ ਸਿੱਖਾਂ ਦਾ ਫਰਜ਼ ਨਹੀਂ ਬਣਦਾ, ਬਾਕੀ ਵੀ ਸਾਰੀ ਜਿਹੜੀ ਕਮਿਊਨਿਟੀਜ਼ ਨੇ ਇੰਡੀਆ ਦੇ ਵਿੱਚ, ਜਿੰਨੇ ਵੀ ਲੋਕ ਰਹਿੰਦੇ, ਉਹਨਾਂ ਦਾ ਫਰਜ਼ ਬਣਦਾ, ਕਿਉਂਕਿ ਉਹ ਕਿਰਾਇਆ ਤਾਂ ਸਰਕਾਰਾਂ ਹੀ ਨਹੀਂ ਨਾ, ਹਨਾ। ਸਰਕਾਰਾਂ ਨੇ ਕਿਰਾਇਆ, ਮੌਕੇ ਦੀ ਜਿਹੜੀ ਵੀ ਸਰਕਾਰ ਸੀ, ਉਹਨਾਂ ਨੇ ਉਹ ਚੀਜ਼ਾਂ ਕਰਾਈਆਂ ਨੇ। ਜੇ ਹਲੇ ਵੀ ਉਹ ਚੀਜ਼ ਮੰਨਦੇ ਨਹੀਂ, ਠੀਕ ਹੈ ਨਾ, ਤੇ ਉਹ ਤਾਂ ਕਹੀ ਜਾਂਦੇ ਨੇ ਉਹਨੂੰ ਛੱਡੋ ਜੀ, ਗੱਲ ਨੂੰ ਕਿੱਦਾਂ ਛੱਡ ਸਕਦੇ ਹਾਂ ਅਸੀਂ, ਹਨਾ। ਉਹ ਤਾਂ ਸਾਡੇ ਨਾਲ ਬੇਅਦਬੀਆਂ ਹੋਈਆਂ ਨੇ ਤੇ ਉਹ ਅਸੀਂ ਭੁੱਲ ਨਹੀਂ ਸਕਦੇ। ਮੈਂ ਤਾਂ ਜਦੋਂ ਤੱਕ ਹਾਂਜੀ, ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ UPA ਸਰਕਾਰ ਜਾਂਦੀ ਹੈ ਤੇ NDA ਸਰਕਾਰ ਦੇਸ਼ ਦੇ ਵਿੱਚ ਆਉਂਦੀ ਹੈ, ਔਰ ਉਸ ਸਮੇਂ NDA ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ UPA ਸਰਕਾਰ ਨੇ 84 ਦੀ ਨਸਲਕੁਸ਼ੀ ਕਰਾਈ, ਉਹਨਾਂ ਨੇ ਇਨਸਾਫ ਨਹੀਂ ਦਿੱਤਾ, 84 ਦੇ ਦੋਸ਼ੀਆਂ ਨੂੰ ਪੋਲੀਟੀਕਲ ਅਹੁਦੇ ਦਿੱਤੇ, ਤੇ ਅਸੀਂ ਸੱਤਾ ਦੇ ਵਿੱਚ ਆਵਾਂਗੇ ਤੇ ਇਨਸਾਫ ਦੇਵਾਂਗੇ। ਤੇ ਜੇ ਕੋਈ ਉਹਦਾ ਇਨਸਾਫ ਮੰਗ ਰਿਹਾ ਤੇ ਉਹ ਐਂਟੀ ਨੈਸ਼ਨਲ ਕਿਵੇਂ ਹੋ ਸਕਦਾ? ਉਹੀ ਤਾਂ ਗੱਲ ਹੈ ਜੀ, ਮਤਲਬ ਉਹੀ ਗੱਲ, ਰਲ ਕੇ ਜਿੱਦਾਂ ਗੇਮਾਂ ਨਹੀਂ ਖੇਡੀ ਜਾਂਦੇ, ਉਹੀ ਚੀਜ਼ ਹੈ ਜੀ। ਆਪਣੇ ਆਮ ਜਿਹੜੇ ਲੋਕ ਨੇ, ਭੋਲੇ ਨੇ, ਉਹ ਵੋਟਾਂ ਦੇ ਟਾਈਮ ਤੇ ਫਿਰ ਉਹੀ ਵੋਟਾਂ ਪਵਾ ਲੈਂਦੇ ਨੇ ਸਾਰੇ। ਸੋ ਮੈਂ ਤਾਂ ਇੱਥੇ ਹੀ ਸਾਰੇ ਆਪਣੇ ਜਿਹੜੇ ਲੋਕ ਨੇ, ਕਿਉਂਕਿ ਤੁਹਾਡੇ ਹੀ ਬਣਾਏ ਹੋਏ ਨੇ, ਵੋਟਾਂ ਤੁਸੀਂ ਪਾਓਗੇ ਤਾਂ ਫੇਰ ਹੀ ਨਾ, ਪ੍ਰਧਾਨ ਮੰਤਰੀ ਤੱਕ ਵੀ ਫੇਰ ਹੀ ਬਣਦੇ ਨੇ, ਜੇ ਆਮ ਲੋਕ ਜਿਹੜੇ ਨੇ ਉਹ ਵੋਟਿੰਗ ਕਰਦੇ ਨੇ। ਸੋ ਅੱਗੇ ਵਾਸਤੇ ਸਿਆਣੇ ਬਣਨਾ ਚਾਹੀਦਾ, ਕੋਈ ਨਵਾਂ ਜਿਹੜੇ ਚਿਹਰੇ ਨੇ ਉਹ ਅੱਗੇ ਆਉਣੇ ਚਾਹੀਦੇ ਨੇ, ਹਨਾ। ਜਿਹੜੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਕਈ ਵਾਰ ਆਪਾਂ ਕਹਿ ਦਿੰਦੇ ਯਾਰ ਵੀ ਉਹ ਨਹੀਂ ਪੋਲਿਟਿਕਸ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ ਪੋਲਿਟਿਕਸ ਜਿਹੜੇ ਸੱਚੇ ਬੰਦੇ ਹੋਣਗੇ ਤਾਂ ਫੇਰ ਹੀ, ਜਿਹੜੇ ਕਰਪਟ ਲੋਕ ਨੇ ਉਹ ਨਿਕਲਣਗੇ, ਨਹੀਂ ਤਾਂ ਏਦਾਂ ਹੀ ਚੱਲੀ ਜਾਣਾ ਜੀ ਇਹ ਕੰਮ, ਹਨਾ। ਕਦੇ ਉਹ ਆ ਗਿਆ, ਕਦੇ ਉਹ ਆ ਗਿਆ, ਆਪਸ ਵਿੱਚ ਰਲ ਕੇ ਖੇਲੀ ਜਾਣਾ, ਤੇ ਆਮ ਜਿਹੜੇ ਲੋਕ ਨੇ ਉਹਨਾਂ ਦੇ ਇਮੋਸ਼ਨਸ ਦੇ ਨਾਲ ਇਹ ਖੇਡਦੇ ਨੇ। ਆਪਣੇ ਲੋਕ ਬਹੁਤ ਭਾਵੁਕ ਹੋ ਜਾਂਦੇ ਨੇ ਛੇਤੀ ਜੀ। ਰਾਮ ਮਨੋਹਰ ਲੋਹੀਆ ਨੇ ਕਿਹਾ ਸੀਗਾ ਕਿ ਰਾਜਨੀਤਿਕ ਬਦਲਾਵ ਸਮਾਜਿਕ ਬਦਲਾਵ ਦੇ ਵਿੱਚੋਂ ਹੋ ਕੇ ਨਿਕਲਦਾ, ਜੇ ਸਮਾਜਿਕ ਬਦਲਾਵ ਹੋਏਗਾ ਤਾਂ ਰਾਜਨੀਤਿਕ ਬਦਲਾਵ ਹੋ ਸਕਦਾ। ਪੋਲਿਟਿਕਸ ਦੀ ਤੁਸੀਂ ਗੱਲ ਕਰ ਰਹੇ ਹੋ, ਕਿਆ ਜੈਜ਼ੀ ਬੀ ਦਾ ਇੰਟਰਸਟ ਹੈਗਾ ਪੋਲੀਟੀਕਲ ਸਰਗਰਮ ਸਿਆਸਤ ਦੇ ਵਿੱਚ ਆਉਣ ਦੇ ਵਿੱਚ? ਨਹੀਂ, ਮੈਂ ਤਾਂ ਬਹੁਤ ਪੋਲਿਟਿਕਸ ਤੋਂ ਦੂਰ ਹਾਂ, ਪਰ ਲੇਕਿਨ ਮੈਂ ਉੱਥੇ ਹਮੇਸ਼ਾ ਕਹਿੰਦਾ ਹੁੰਦਾ, ਜਿੱਦਾਂ ਨਵੇਂ ਮੁੰਡੇ ਨੇ, ਦੀਪ ਸਿੱਧੂ ਆ, ਲੱਖਾ ਸਿਧਾਣਾ, ਆਪਣੇ ਜਸ ਬਾਜਵਾ, ਕਨਵਰ ਗਰੇਵਾਲ, ਉੱਥੇ ਮੈਂ ਆਪ ਦੇਖੇ ਨੇ ਪ੍ਰੋਟੈਸਟ ਦੇ ਉੱਤੇ, ਦਿਨ ਰਾਤ ਮਿਹਨਤ ਕਰਦੇ ਨੇ। ਕਨਵਰ ਗਰੇਵਾਲ ਹੁਣ ਬਾਈ ਨੂੰ, ਹਰਫ ਚੀਮਾ ਆਪ ਝਾੜੂ ਲਾਉਂਦੇ ਮੈਂ ਦੇਖੇ ਨੇ, ਹਨਾ। ਉਹ ਅਸਲੀ ਸੇਵਾ ਉਹ ਆ। ਮੈਂ ਉਦੋਂ ਵੀ ਬਾਈ ਨੂੰ ਕਿਹਾ, ਮੈਂ ਕਿਹਾ ਯਾਰ ਤੁਹਾਨੂੰ ਆਉਣਾ ਚਾਹੀਦਾ, ਤੁਹਾਨੂੰ ਨੌਲੇਜ ਵੀ ਬਹੁਤ ਆ, ਇੱਥੇ ਤੁਸੀਂ ਰਹਿੰਦੇ ਹੋ ਤੇ ਤੁਹਾਨੂੰ ਅੱਗੇ ਆਉਣਾ ਚਾਹੀਦਾ। ਮੈਂ ਕਨਵਰ ਗਰੇਵਾਲ ਨੂੰ, ਬਾਈ ਨੂੰ ਕਿਹਾ, ਜਸ ਬਾਜਵੇ ਨੂੰ ਮੈਂ ਕਿਹਾ ਯਾਰ ਤੁਹਾਨੂੰ ਆਉਣਾ ਚਾਹੀਦਾ। ਤੇ ਮੈਂ ਇੰਟਰਵਿਊ ਤਾਂ ਹਮੇਸ਼ਾ ਕਹਿੰਦਾ ਵੀ ਜਦੋਂ ਲੱਖਾ ਸਿਧਾਣਾ ਹੋ ਗਿਆ, ਦੀਪ ਸਿੱਧੂ ਹੋ ਗਿਆ, ਪੜ੍ਹੇ ਲਿਖੇ ਮੁੰਡੇ ਨੇ ਯਾਰ, ਉਹਨਾਂ ਨੂੰ ਆਉਣਾ ਚਾਹੀਦਾ, ਹਨਾ। ਤੇ ਉਹ ਆਪਣਾ ਘਰ-ਬਾਰ ਛੱਡ ਕੇ ਜੇ 6-7 ਮਹੀਨਿਆਂ ਤੋਂ ਇਹਦੇ ਲਈ ਤੁਰੇ ਹੋਏ ਨੇ, ਤੇ ਲੋਕੀ ਕਹੀ ਜਾਂਦੇ ਨੇ ਇਹਨਾਂ ਤਾਂ ਕੁਰਸੀ ਲੈਣੀ ਹੈ। ਲੈਣ ਸਾਵੇਂ ਕੁਰਸੀ ਯਾਰ, ਵਧੀਆ ਗੱਲ ਹੈ ਜੇ ਕੁਰਸੀ ਲੈਣਗੇ ਤਾਂ। ਪੜ੍ਹੇ ਲਿਖੇ ਮੁੰਡੇ ਅੱਗੇ ਆਉਣਗੇ ਤਾਂ ਫੇਰ ਹੀ ਥੋੜਾ ਬੜਾ ਸੁਧਾਰ ਹੋਊਗਾ। ਜੈਜ਼ੀ ਬੀ ਦਾ ਇੰਟਰਸਟ ਨਹੀਂ ਹੈਗਾ ਪੋਲਿਟਿਕਸ ਚ ਆਉਂਦਾ? ਨਹੀਂ, ਮੇਰਾ ਜਮਾ ਟਰਸਟ ਨਹੀਂ ਜੀ। ਹਾਂ, ਜੇ ਕੋਈ ਪੋਲਿਟਿਕਸ, ਪਰ ਤੁਸੀਂ ਬਹੁਤ ਐਕਟਿਵ ਰਹੇ ਹੋ ਜੈਜ਼ੀ, ਤੁਸੀਂ ਬਹੁਤ ਐਕਟਿਵ ਰਹੇ, ਤੁਸੀਂ ਧਰਨੇ ਦੇ ਨਾਲ ਵੀ ਜੁੜੇ ਪਏ। ਅਸੀਂ ਉਸ ਸਮੇਂ ਕੈਨੇਡਾ ਤੋਂ ਵੀਡੀਓਜ਼ ਦੇਖਦੇ ਰਹੇ ਹਾਂ, ਤੁਸੀਂ ਕੈਨੇਡਾ ਦੇ ਵੀ ਬੜੇ ਪ੍ਰੋਟੈਸਟ ਆਰਗੇਨਾਈਜ਼ ਕੀਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ। ਅਸੀਂ ਦੇਖਦੇ ਰਹੇ ਸੜਕਾਂ ਤੇ ਝੰਡੇ ਲੈ ਕੇ ਖੜੇ ਰਹਿੰਦੇ ਰਹੇ ਤੁਸੀਂ, ਪਰ ਤੁਸੀਂ ਕਿਉਂ ਫਿਰ ਰਾਜਨੀਤੀ ਤੋਂ ਦੂਰੀ ਰੱਖਣਾ ਚਾਹੁੰਦੇ? ਕਹਿੰਦੇ ਰਾਜਨੀਤੀ ਦੀ ਸ਼ੁਰੂਆਤ ਉਸੇ ਸਪੇਸ ਤੋਂ ਹੁੰਦੀ ਹੈ ਜਿੱਥੇ ਜਿਸ ਸਪੇਸ 'ਚ ਤੁਸੀਂ ਖੜੇ ਹੋ। ਜੋ ਤੁਸੀਂ ਕਰ ਰਹੇ ਹੋ ਇਹ ਵੀ ਇੱਕ ਰਾਜਨੀਤੀ ਹੈ, ਸੋਸ਼ਲ ਇੰਜੀਨੀਅਰਿੰਗ ਹੈ। ਅਸੀਂ ਸੇਵਾਦਾਰ ਹੋਵਾਂਗੇ ਜ਼ਰੂਰ ਜੀ, ਜਿਹੜਾ ਬੰਦਾ ਵਧੀਆ ਹੋਊਗਾ ਉਹ ਸੇਵਾ ਕਰਾਂਗੇ, ਜੋ ਵੀ ਹੋਊਗਾ ਬਸ। ਨਹੀਂ, ਰਾਜਨੀਤੀ ਵੱਲ ਜਮਾਂ ਖਿਆਲ ਨਹੀਂ ਜੀ, ਬਹੁਤ ਮਤਲਬ ਕੋਹਾਂ ਦੂਰ ਕਹਿ ਲਓ ਤੁਸੀਂ। ਕੋਹਾਂ ਦੂਰ ਹੋ। ਪਰ ਜੈਜ਼ੀ, ਜਿਸ ਤਰ੍ਹਾਂ ਦੇ ਨਾਲ ਹੁਣ ਤੁਸੀਂ ਕਹਿ ਰਹੇ ਤੁਸੀਂ ਗਾਈਡਲਾਈਨ ਟਵਿੱਟਰ ਦੀਆਂ ਕੋਈ ਨਹੀਂ ਤੋੜੀਆਂ,
ਪਰ ਗਵਰਨਮੈਂਟ ਆਫ ਇੰਡੀਆ ਦੀ ਰეკਮੈਂਡੇਸ਼ਨ ਤੇ ਤੁਹਾਡਾ ਅਕਾਊਂਟ ਸਸਪੈਂਡ ਹੋ ਗਿਆ। ਤੁਹਾਨੂੰ ਲੱਗਦਾ ਕਿ ਹੁਣ ਤੁਸੀਂ ਜੇ ਅਗਰ ਇੰਡੀਆ ਆਉਂਦੇ ਹੋ, ਤੁਹਾਡੇ ਤੇ ਪਹਿਲੇ ਵੀ ਕੁਝ ਕੇਸ ਦਰਜ ਹੋਏ ਪਏ, ਜੇ ਤੁਸੀਂ ਇੰਡੀਆ ਆਉਂਦੇ ਹੋ ਤੇ ਤੁਹਾਡੇ ਅਗੇਂਸਟ ਪੁਲਿਸ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਅਗਰ ਜੇ ਗਵਰਨਮੈਂਟ ਦੀ ਇੱਛਾ ਹੈਗੀ ਹੈ ਤੇ ਤੁਹਾਨੂੰ ਅਰੈਸਟ ਕੀਤਾ ਜਾ ਸਕਦਾ। ਨਹੀਂ ਹੋ ਸਕਦਾ ਜੀ। ਮੈਂ ਤਾਂ ਜਦੋਂ ਧਰਨੇ ਤੇ ਵੀ ਆਇਆ ਸੀਗਾ ਉਦੋਂ ਮੈਂ ਆਪਣੇ ਬੱਚਿਆਂ ਨੂੰ ਕਹਿ ਕੇ ਆਇਆ ਸੀਗਾ ਜੀ ਵੀ ਉੱਥੇ ਕੁਝ ਵੀ ਹੋ ਸਕਦਾ ਤੇ ਮੈਂ ਜਾ ਰਿਹਾ, ਪਰ ਮੈਂ ਜੇ ਕੁਝ ਇਦਾਂ ਦਾ ਹੋਇਆ ਮੈਨੂੰ ਮਾਣ ਹੋਊਗਾ। ਕੋਈ ਗੱਲ ਨਹੀਂ, ਮੈਂ ਵੀ ਜੇ ਆਪਣੇ ਲੋਕਾਂ ਲਈ ਕੰਮ ਆਊਂਗਾ, ਜੇ ਮੈਨੂੰ ਕੁਝ ਇਦਾਂ ਦਾ ਕਰਨਗੇ ਵੀ ਮੈਂ ਕੋਈ ਗੱਲ ਨਹੀਂ, ਉਹ ਵਧੀਆ ਕੰਮ ਲਈ ਹੋਊਗਾ, ਹੈ ਨਾ। ਵੀ ਬਾਕੀ ਜਿਹੜੇ ਸਾਡੀ ਕਮਰਸ਼ੀਅਲ ਚੀਜ਼ਾਂ ਉਹ ਤਾਂ ਚੱਲੀ ਜਾਣੀਆਂ, ਮੈਨੂੰ ਕੋਈ ਡਰ ਨਹੀਂ ਹੈ। ਸਾਡੀ ਆਪਣੀ ਕੰਟਰੀ ਹੈ, ਉੱਥੇ ਮੈਂ ਜੰਮਿਆ, ਹੈ ਨਾ, ਉੱਥੇ ਹੀ ਆਉਣਾ, ਮੁੜ ਕੇ ਉੱਥੇ ਆਵਾਂਗੇ। ਜੇ ਇਦਾਂ ਦਾ ਕੋਈ ਚੱਕਰ ਹੋਊਗਾ ਕੋਈ ਗੱਲ ਨਹੀਂ ਜੀ, ਅਸੀਂ ਰੈਡੀ ਹਾਂ, ਕੋਈ ਗੱਲ ਨਹੀਂ। ਤੁਸੀਂ ਜਿਹੜੇ ਸਿੰਗਰਸ ਦਾ ਨਾਂ ਲੈ ਰਹੇ ਹੋ, ਜਸ ਬਾਜਵਾ ਹੋ ਗਿਆ, ਦੀਪ ਸਿੱਧੂ ਜਾਂ ਲੱਖਾ ਸਦਾਣਾ ਤੇ ਪਹਿਲੇ ਵੀ ਇੱਕ ਇਲੈਕਸ਼ਨ ਲੜ ਚੁੱਕੇ ਨੇ, ਜਾਂ ਕਮਰ ਗਰੇਵਾਲ, ਇਹਨਾਂ ਦਾ ਆਪਣਾ ਵਿਊ ਪੁਆਇੰਟ ਕੀ ਹੈਗਾ? ਪੋਲੀਟਿਕਸ 'ਚ ਆਉਣਾ ਚਾਹੁੰਦੇ, ਨਹੀਂ ਚਾਹੁੰਦੇ? ਮੈਨੂੰ ਇੰਨੀ ਡੀਪ ਗੱਲ ਨਹੀਂ ਹੋਈ, ਮੈਂ ਪਰ ਉਹਨਾਂ ਨੂੰ ਉਦੋਂ ਕਿਹਾ ਜ਼ਰੂਰ ਸੀਗਾ, ਮੈਂ ਕਿਹਾ ਯਾਰ ਮੈਂ ਤਾਂ ਬਹੁਤ, ਕਿਉਂਕਿ ਮੈਂ ਬਹੁਤ ਇੰਟਰਵਿਊਆਂ ਵੀ ਦੇਖਦੇ ਰਹੇ ਜਦੋਂ ਮੈਂ ਇੱਥੇ ਕੈਨੇਡਾ ਸੀਗਾ, ਮੈਂ ਇੰਡੀਆ ਜਾ ਨਹੀਂ ਸਕਦਾ ਸੀ ਉਦੋਂ, ਕੋਵਿਡ ਕਰਕੇ ਫਲਾਈਟਾਂ ਬੰਦ ਸੀਗੀਆਂ। ਮੈਂ ਉਹਨਾਂ ਨੂੰ ਪਰਸਨਲੀ ਤਾਂ ਕਿਹਾ, ਮੈਂ ਕਿਹਾ ਯਾਰ ਮੈਂ ਤੁਹਾਡੀਆਂ ਸਾਰੀਆਂ ਇੰਟਰਵਿਊ ਵੀ ਦੇਖਦਾ ਹੁੰਨਾ, ਸੁਣੀਆਂ, ਤੁਹਾਨੂੰ ਨੌਲੇਜ ਵੀ ਬਹੁਤ ਹੈ ਇਸ ਗੱਲ 'ਚ। ਇੱਦਾਂ ਦੇ ਲੋਕਾਂ ਦੀ ਲੋੜ ਹੈ ਜਿਹੜੇ ਆਪਣੇ ਲੋਕਾਂ ਦਾ ਹੱਥ ਫੜ ਕੇ ਉਹਨਾਂ ਨੂੰ ਅੱਗੇ ਲਿਜਾਣ, ਹੈ ਨਾ, ਉਹਨਾਂ ਦੀ ਸੇਵਾ, ਜੋ ਵੀ ਉਹਨਾਂ ਦੇ ਪ੍ਰੋਬਲਮਸ ਨੇ ਉਹ ਸੋਲਵ ਕਰਨ, ਹੈ ਨਾ। ਮੇਨ ਗੱਲ ਤਾਂ ਉਹ ਹੈ ਨਾ, ਕਿਉਂਕਿ ਮੈਂ ਉੱਥੇ ਦੇਖੇ ਆ ਜੇ ਆਪ ਇੰਨਾ ਚਿਰ ਉੱਥੇ ਰਹੇ ਨੇ ਤੇ ਉਸ ਜੋ ਆਪਣੇ ਲੋਕਾਂ 'ਚ ਵਿਚਰਦੇ ਆ, ਜਿਸ ਹਿਸਾਬ ਨਾਲ ਮੈਨੂੰ ਵਧੀਆ ਲੱਗਾ ਉਹ ਚੀਜ਼। ਸੋ ਆਉਣਾ ਚਾਹੀਦਾ ਜੀ, ਆਉਣਾ ਚਾਹੀਦਾ। ਪਿਛਲੇ ਦਿਨਾਂ ਦੇ ਦੌਰਾਨ ਕਰੀਬਨ 2 ਦਿਨ ਹੋ ਗਏ ਆ ਕਿਸਾਨ ਐਜੀਟੇਸ਼ਨ ਨੂੰ ਤੁਸੀਂ ਸ਼ੁਰੂ ਤੋਂ ਸਪੋਰਟ ਕਰਦੇ ਰਹੇ ਹੋ। 2 ਦਿਨ ਹੋ ਗਏ ਆ, ਦੇਸ਼ ਦੇ ਖੇਤੀਬਾੜੀ ਮੰਤਰੀ ਉਹਨਾਂ ਨੇ ਇੱਕ ਤਾਜ਼ਾ ਸਟੇਟਮੈਂਟ ਦਿੱਤੀ। ਉਹ ਕਹਿੰਦੇ ਕਿ ਬਿੱਲ ਰੱਦ ਨਹੀਂ ਹੋਣੇ, ਜੇ ਸਮਝੌਤਾ ਕਰਨਾ ਕਿਸੇ ਸੈਂਸ ਤੇ ਗੱਲ, ਕਿਸੇ ਨੁਕਤੇ ਤੇ ਆ ਕੇ ਕਿਸਾਨ ਸਾਡੇ ਨਾਲ ਕਰ ਸਕਦੇ ਨੇ। ਮਤਲਬ ਸਟੇਟ ਗਵਰਨਮੈਂਟ ਤੇ ਉੱਥੇ ਹੀ ਖੜੀ ਹੈ ਜਿੱਥੇ ਖੜੀ ਸੀ। ਫਿਰ ਇਹਦਾ ਸੋਲੂਸ਼ਨ ਕੀ ਲੱਗਦਾ? ਕਿਉਂਕਿ 6 ਮਹੀਨੇ ਤੇ ਆਲਰੇਡੀ ਦਿੱਲੀ 'ਚ ਬੈਠਿਆਂ ਨੂੰ ਹੋ ਗਏ। ਹਾਂ ਦੇਖੋ, ਸੋਲੂਸ਼ਨ ਤਾਂ ਟੇਬਲ ਤੇ ਬੈਠ ਕੇ ਹੋਣਾ, ਜਿਹੜੀ ਐਂਡ ਤੇ ਹੈ ਨਾ ਗੱਲਬਾਤ, ਹੈ ਨਾ, ਉੱਦਾਂ ਸੋਲੂਸ਼ਨ ਹੋ ਨਹੀਂ ਸਕਦਾ। ਸੋ ਇਹਦੇ ਵਿੱਚ ਤਾਂ ਇਹੀ ਗੱਲਬਾਤ ਹੈ ਵੀ ਜਦੋਂ ਕਿਸਾਨਾਂ ਨੂੰ ਇਹ ਬਿੱਲ ਚੰਗੇ ਨਹੀਂ ਲੱਗਦੇ, ਠੀਕ ਹੈ ਨਾ, ਤੇ ਗੌਰਮੈਂਟ ਕਹਿ ਰਹੀ ਹੈ ਵੀ ਨਹੀਂ ਇਹ ਤੁਹਾਡੇ ਫਾਇਦੇ ਲਈ ਆ, ਠੀਕ ਹੈ ਨਾ, ਇੱਕ ਧੱਕੇ ਨਾਲ ਥੋਪਣ ਦੀ ਗੱਲ ਕਰ ਰਹੇ ਨੇ, ਉਹਦਾ ਨਾ ਬੇਇਨਸਾਫੀ ਹੈ ਨਾ, ਹਨਾ। ਉਹ ਤਾਂ ਕਹਿੰਦੇ ਨਹੀਂ ਜੀ ਅਸੀਂ ਨਹੀਂ ਮੰਨਣਾ, ਤੇ ਉਧਰੋਂ ਕਿਸਾਨ ਕਹਿੰਦੇ ਅਸੀਂ ਨਹੀਂ ਮੰਨਣਾ, ਹੈ ਨਾ। ਤੇ ਇਹ ਕਿਸਾਨਾਂ ਨੇ ਵੀ ਆਪਣਾ ਮੂਡ ਬਣਾਇਆ ਹੋਇਆ ਵੀ ਕੋਈ ਸਾਲ ਚੱਲੇ 2 ਸਾਲ ਚੱਲੇ ਅਸੀਂ ਤਾਂ ਰੈਡੀ ਹਾਂ, ਠੀਕ ਹੈ ਨਾ। ਪਰ ਲੇਕਿਨ ਫਿਰ ਵੀ ਕਿਸੇ ਸਿਆਣੇ ਬੰਦੇ ਨੂੰ ਗੱਭੇ ਪੈ ਕੇ ਗੱਲ ਕਰਨੀ ਚਾਹੀਦੀ ਆ, ਹਨਾ, ਵੀ ਜੋ ਵੀ ਮਰਜ਼ੀ ਆ। ਹੋ ਸਕਦਾ ਸਰਕਾਰ ਦੀ ਜਿਹੜੀ ਗੱਲਬਾਤ ਹੋਵੇ ਵੀ ਚਲੋ ਵੋਟਾਂ ਆਉਣ ਵਾਲੀਆਂ, ਉਹਦੇ ਲਾਗੇ ਜਾ ਕੇ ਕੁਛ ਕਰਾਂਗੇ, ਹਨਾ। ਕਿਉਂਕਿ ਪੋਲੀਟਿਕਸ ਤੁਹਾਨੂੰ ਪਤਾ ਹੀ ਆ, ਹਨਾ, ਸ਼ਾਇਦ ਉਹਦੀ ਵੇਟ ਕਰਦੇ ਹੋਣ ਵੀ ਲਾਗੇ ਜਾ ਕੇ ਅਸੀਂ ਕਹਿ ਦਾਂਗੇ ਲਓ ਜੀ ਬਿੱਲ ਪਾਸ ਕਰਦੇ ਵੀ, ਨਹੀਂ ਫੇਰ ਭੁੱਲ ਜਾਣਾ, ਹਨਾ, ਵੀ ਚਲੋ ਠੀਕ ਆ ਪਾ ਦਿਓ ਵੋਟਾਂ। ਫਿਰ ਆਈ ਡੋਨਟ ਨੋ ਕੀ ਆ, ਲੇਕਿਨ ਜੋ ਵੀ ਆ ਗਲਤ ਆ। 6 ਮਹੀਨੇ ਤੋਂ ਸਾਡੇ ਬਜ਼ੁਰਗ, ਮਾਤਾਵਾਂ, ਬੱਚੇ ਉੱਥੇ ਬੈਠੇ ਨੇ ਬਾਰਡਰਾਂ ਦੇ ਉੱਤੇ, ਠੰਡ ਦੇ ਵਿੱਚ ਸੀ, ਹੁਣ ਗਰਮੀ ਦੇ ਵਿੱਚ ਸੜ ਰਹੇ ਨੇ, ਤੇ ਉਹਦੀ ਹਾਹ ਤਾਂ ਲੱਗਣੀ, ਅੱਤ ਤੇ ਖੁਦਾ ਦਾ ਵੈਰ ਹੁੰਦਾ, ਹਨਾ। ਤੇ ਮਤਲਬ ਇੱਥੇ ਤਾਂ ਰਾਵਣ ਵਰਗੇ ਨਹੀਂ ਰਹਿ ਸਕੇ ਜੀ, ਹਨਾ। ਤੇ ਇਹ ਅੰਤ ਤਾਂ ਹੋਣਾ ਹੀ ਆ, ਇਹ ਤਾਂ ਅੰਤ ਦਾ ਅੰਤ ਹਮੇਸ਼ਾ ਹੁੰਦਾ ਹੀ ਆ। ਜੈ ਜੀ, ਜਿਸ ਤਰ੍ਹਾਂ ਦੇ ਨਾਲ ਇੱਕ ਲਹਿਰ ਬਣੀ ਸੀ ਪੰਜਾਬ ਦੇ ਵਿੱਚੋਂ ਜਾਂ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚੋਂ ਦਿੱਲੀ ਵੱਲ ਨੂੰ ਵਧੇ, ਇਸੇ ਤਰ੍ਹਾਂ ਦਾ ਮਾਹੌਲ ਇੱਕ ਅਸੀਂ ਦੇਖਿਆ ਕੈਨੇਡਾ, ਅਮਰੀਕਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਦੇਖਿਆ। ਨਿਊਜ਼ੀਲੈਂਡ ਤੱਕ ਅਸੀਂ ਪ੍ਰੋਟੈਸਟ ਦੇਖੇ। ਹੁਣ ਜਿੱਥੇ ਤੁਸੀਂ ਰਹਿ ਰਹੇ ਹੋ ਇਸ ਸਮੇਂ, ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਤੁਸੀਂ ਆਉਂਦੇ ਜਾਂਦੇ ਹੋ, ਉੱਥੇ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈਗਾ? ਹੁਣ ਲੋਕ ਸਪੋਰਟ ਕਰ ਰਹੇ ਨੇ ਉਸੇ ਤਰ੍ਹਾਂ ਦੇ ਨਾਲ ਜਿਵੇਂ ਇੱਕ ਜੋਸ਼ ਜਜ਼ਬੇ ਦੇ ਨਾਲ ਪਹਿਲੇ ਸੀਗੇ? ਹਾਂਜੀ ਬਿਲਕੁਲ ਜਾਂ ਲੱਗ ਰਿਹਾ ਕਿ ਥੋੜੇ ਮਾਯੂਸ ਹੋ ਗਏ? ਨਹੀਂ ਬਿਲਕੁਲ, ਦੇਖੋ ਮਾਯੂਸ ਤਾਂ ਹੁੰਦਾ ਹੀ ਆ ਬੰਦਾ ਜਦੋਂ ਕਿਸੇ ਨੂੰ ਇੰਨਾ ਵਧੀਆ ਪ੍ਰੋਟੈਸਟ ਪੀਸਫੁਲ ਚੱਲ ਰਿਹਾ ਹੋਵੇ, ਹਨਾ, ਤੇ ਸਰਕਾਰ ਕੁਝ ਸੁਣਦੀ ਨਹੀਂ ਹੋਵੇ, ਗੱਲ ਆਪਸ ਵਿੱਚ ਉਹੀ ਡਿਵਾਈਡ ਐਂਡ ਰੂਲ ਵਾਲੀ ਗੱਲ ਹੋ ਗਈ, ਹਨਾ। ਤੇ ਉਹਦੇ ਨਾਲ ਥੋੜਾ ਜਿਹਾ ਬੰਦੇ ਨੂੰ ਸੱਟ ਤਾਂ ਲੱਗਦੀ ਵੀ ਯਾਰ ਆਹ ਕੀ ਹੋ ਗਿਆ। ਲੇਕਿਨ ਮੁੜ ਕੇ ਫੇਰ ਚੜ੍ਹਦੀ ਕਲਾ 'ਚ ਸਾਰੇ ਹੈਗੇ ਨੇ ਇੱਥੇ ਜਿੰਨੇ ਵੀ ਆ, ਤੇ ਸਾਰਿਆਂ ਨਾਲ ਗੱਲ ਕਰੋ, ਕਹਿੰਦੇ ਵੀ ਯਾਰ ਅਸੀਂ ਤਾਂ ਨਾਲ ਆ, ਜੋ ਵੀ ਹੈਲਪ ਕਰ ਸਕਦੇ ਇੱਥੇ ਆਪਣੇ ਆਪਣੇ ਤਰੀਕੇ ਦੇ ਨਾਲ, ਸੋਸ਼ਲ ਮੀਡੀਆ ਦੇ ਜ਼ਰੀਏ, ਜਾਂ ਲੋਕ ਸਟਰੀਟਾਂ ਦੇ ਉੱਤੇ ਬੋਰਡ ਫੜ ਕੇ ਨੋ ਫਾਰਮਰਸ ਨੋ ਫੂਡ, ਹਨਾ, ਵੀ ਸਪੋਰਟ ਫਾਰਮਰਸ ਇਨ ਇੰਡੀਆ, ਉਹ ਹੱਲੇ ਵੀ ਕਰ ਰਹੇ ਨੇ, ਸਟੂਡੈਂਟਸ ਵੀ ਕਰ ਰਹੇ ਨੇ, ਇੱਥੇ ਵਾਲੇ ਨਿਆਣੇ ਬੱਚੇ ਕਰ ਰਹੇ ਨੇ। ਉੱਥੇ ਇੱਕ ਕਿਸਾਨ ਸਲੀਪਸ ਆਊਟ, ਵੈਨਕੂਵਰ ਤੋਂ, ਉੱਥੇ ਦੇ ਇੱਧਰਲੇ ਜੰਮੇ ਪਲੇ ਮੁੰਡੇ ਕੁੜੀਆਂ ਨੇ, ਉਹ ਹਰੇਕ ਮਤਲਬ ਕੰਟਰੀ 'ਚ ਜਾ ਕੇ ਸਾਰਾ ਹਫਤਾ ਟੈਂਟਾਂ 'ਚ ਸੌਂ ਰਹੇ ਨੇ,
ਹਨਾ। ਉਹਨਾਂ ਨੂੰ ਲੋੜ ਤਾਂ ਹੈ ਨਹੀਂ, ਕਿਉਂਕਿ ਉਹ ਇੱਧਰ ਹੀ ਜੰਮੇ ਨੇ, ਲੇਕਿਨ ਉਹਨਾਂ ਦੀਆਂ ਜੜ੍ਹਾਂ ਤਾਂ ਉੱਥੇ ਹੀ ਨੇ ਨਾ। ਉਹਨਾਂ ਦੇ ਦਾਦੇ, ਉਹਨਾਂ ਦੇ ਨਾਨੀਆਂ, ਸਾਰੇ ਜੋ ਵੀ ਨੇ ਰਿਸ਼ਤੇਦਾਰੀ ਇੰਡੀਆ 'ਚ ਆ, ਇਸ ਕਰਕੇ ਉਹਨਾਂ ਨੂੰ ਵੀ ਦਰਦ ਆ। ਸੋ ਇੱਥੇ ਤਾਂ ਹਲੇ ਵੀ ਉੱਦਾਂ ਹੀ ਆ ਜੀ। ਇੰਡੀਆ 'ਚ ਵੀ ਮੈਂ ਦੇਖੇ ਸਾਡੇ ਭਾਣਜਾ ਉੱਥੇ ਹੀ ਇਸ ਵੇਲੇ, ਚਮਕੌਰ ਹੁਣੀ ਸਾਰੇ, ਤੇ ਉਹ ਮੈਨੂੰ ਵੀਡੀਓ ਰੋਜ਼ ਭੇਜਦੇ ਰਹਿੰਦੇ ਵੀ ਕਹਿੰਦੇ ਮਾਮਾ ਹੁਣ ਅੱਗੇ ਫੇਰ ਅੱਗੇ ਵਾਂਗ ਹੋ ਗਿਆ ਸਾਰਾ ਕੁਝ ਇੱਥੇ, ਤੇ ਵੀ ਚੜ੍ਹਦੀ ਕਲਾ 'ਚ ਫਿਕਰ ਨਹੀਂ ਕਰਨਾ। ਸੋ ਇਹ ਖੁਸ਼ੀ ਵਾਲੀ ਗੱਲ ਆ ਵੀ ਪਿੰਡਾਂ 'ਚੋਂ ਫੇਰ ਲੋਕ ਉੱਥੇ ਜਾ ਰਹੇ ਨੇ, ਤੇ ਸਾਰੇ ਮਤਲਬ ਹਰਿਆਣਾ, ਯੂਪੀ, ਪੰਜਾਬ ਸਾਰੇ ਇਕੱਠੇ ਨੇ ਉੱਥੇ। ਹਾਂਜੀ। ਤੁਸੀਂ ਦੇਖ ਰਹੇ ਹੋ ਕਿ ਇਸ ਚੀਜ਼ਾਂ ਕਿ ਕਿਸਾਨ ਜਿਹੜੇ ਨੇ ਉਹਨਾਂ ਥਾਵਾਂ ਤੇ ਜਾ ਕੇ ਵੀ ਪ੍ਰੋਟੈਸਟ ਕਰ ਰਹੇ ਨੇ ਜਿਨ੍ਹਾਂ ਥਾਵਾਂ ਤੇ ਬੀਜੇਪੀ ਇਲੈਕਸ਼ਨ ਲੜ ਰਹੀ ਹੈ। ਹਾਲ ਦੀ ਘੜੀ ਪੱਛਮੀ ਬੰਗਾਲ ਤਾਜ਼ਾ ਐਗਜ਼ਾਮਪਲ ਹੈਗੀ ਹੈ। ਕੱਲ ਰਾਕੇਸ਼ ਟਕੈਤ ਮਮਤਾ ਬੈਨਰਜੀ ਨੂੰ ਮਿਲ ਕੇ ਆਏ ਨੇ। ਹੁਣ ਇਹ ਚੀਜ਼ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿੱਥੇ ਜਿੱਥੇ ਇਲੈਕਸ਼ਨ ਹੋਣਗੇ ਉੱਥੇ ਕਿਸਾਨ ਜਾ ਕੇ ਬੀਜੇਪੀ ਦੇ ਅਗੇਂਸਟ ਕੈਂਪੇਨ ਕਰਨਗੇ। ਮਤਲਬ ਕਿਸਾਨਾਂ ਦਾ ਆਪਣਾ ਮਸਲਾ ਰੱਖਣਗੇ, ਵੋਟ ਲੋਕ ਆਪੀ ਤੈਅ ਕਰਨਗੇ ਕਿੱਥੇ ਪਾਉਣਾ। ਤੁਸੀਂ ਇਸ ਮੂਵ ਨੂੰ, ਕਿਸਾਨਾਂ ਦੇ ਇਸ ਮੂਵ ਨੂੰ ਕਿਵੇਂ ਦੇਖ ਰਹੇ ਹੋ? ਇਹ ਸੋਸ਼ਲੀ ਔਰ ਪੋਲੀਟੀਕਲੀ ਮਾਰ ਪਾਏਗਾ? ਹਾਂ, ਨਹੀਂ ਬਿਲਕੁਲ ਪਾਏਗਾ ਜੀ। ਦੇਖੋ ਜੀ, ਕਈ ਲੋਕ ਨਹੀਂ ਅਲਰਟ ਹੁੰਦੇ ਹਨਾ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਜੇ ਉੱਥੇ ਜਾ ਕੇ ਕਿਸਾਨ ਦੱਸਣਗੇ ਵੀ ਯਾਰ ਅਸੀਂ ਤਾਂ ਉੱਥੇ ਇੰਨੇ ਚਿਰ ਤੋਂ ਬੈਠੇ ਆ, ਆਹ ਹੁਣ ਤੁਹਾਡੇ ਕੋਲ ਵੋਟਾਂ ਮੰਗਣ ਆ ਗਏ, ਠੀਕ ਹੈ ਨਾ। ਉੱਦਾਂ ਇਹ ਕਹੀ ਜਾਂਦੇ ਨਹੀਂ ਇੱਥੇ ਕੋਵਿਡ ਆ, ਕਰੋਨਾ, ਤੁਸੀਂ ਬਾਹਰ ਨਹੀਂ ਜਾ ਸਕਦੇ ਹਨਾ, ਤੇ ਧਰਨੇ ਚੱਕ ਦੋ, ਤੇ ਆਪਣੀ ਜਦੋਂ ਰੈਲੀਆਂ ਕਰਦੇ ਨੇ ਉਦੋਂ ਕੋਈ ਕੋਵਿਡ ਨਹੀਂ ਹੁੰਦਾ ਹਨਾ। ਸੋ ਇਹ ਬਹੁਤ ਵਧੀਆ ਗੱਲ ਹੈ। ਜਿੱਥੇ ਕੋਈ ਉਹ ਰੈਲੀ ਕਰਦੇ ਨੇ ਉੱਥੇ ਜਾ ਕੇ ਕਿਸਾਨਾਂ ਨੂੰ ਕਰਨਾ ਚਾਹੀਦਾ, ਲੋਕਾਂ ਨੂੰ ਚਹੇਤੇ ਕਰਨਾ ਚਾਹੀਦਾ, ਉਹਨਾਂ ਨੂੰ ਅਲਰਟ ਕਰਨਾ ਚਾਹੀਦਾ ਵੀ ਇਹ ਹੋ ਕੀ ਰਿਹਾ। ਹਾਂਜੀ ਜੈ ਜੀ, ਹੁਣ ਤੁਸੀਂ ਇੰਡੀਆ ਆਓਗੇ? ਕਿਉਂਕਿ ਜਿਸ ਤਰ੍ਹਾਂ ਦਾ ਸਿਚੁਏਸ਼ਨ ਹੈ, ਜਿਸ ਤਰ੍ਹਾਂ ਦਾ ਐਕਸ਼ਨ ਹੋਇਆ ਤੁਹਾਡੇ ਅਗੇਂਸਟ ਪੁਲਿਸ ਕਾਰਵਾਈ ਵੀ ਹੋ ਸਕਦੀ, ਅਰੈਸਟ ਕਰ ਸਕਦੇ ਤੁਹਾਨੂੰ। ਇੰਡੀਆ ਆਉਣ ਦਾ ਹੁਣ ਵਿਚਾਰ ਹੈਗਾ ਫਿਲਹਾਲ? ਨਹੀਂ, ਬਿਲਕੁਲ ਜੀ ਬਿਲਕੁਲ। ਮੈਂ ਤਾਂ ਜਿੱਦਾਂ ਪਹਿਲਾਂ ਕਿਹਾ, ਸਾਡੀ ਆਪਣੀ ਕੰਟਰੀ ਆ, ਉੱਥੇ ਅਸੀਂ ਜੰਮੇ ਆ ਹਨਾ, ਉੱਥੇ ਦਿਲੋਂ ਮੋਹ ਪਿਆਰ ਹੈ ਸਾਡੀ ਕੰਟਰੀ ਨਾਲ। ਅਸੀਂ ਆਵਾਂਗੇ, ਜ਼ਰੂਰ ਆਵਾਂਗੇ ਜੀ। ਜਦੋਂ ਫਲਾਈਟਾਂ ਖੁੱਲ ਗਈਆਂ, ਹਲੇ ਤਾਂ ਮਜਬੂਰੀ ਆ, ਫਲਾਈਟਾਂ ਬੰਦ ਆ ਸਾਰੀਆਂ, ਇਸ ਕਰਕੇ ਨਹੀਂ ਆ ਸਕਦੇ, ਤੇ ਜ਼ਰੂਰ ਆਵਾਂਗੇ ਜੀ, ਬਿਲਕੁਲ ਆਵਾਂਗੇ ਇੰਡੀਆ। ਜ਼ਰੂਰ ਆਓਗੇ। ਇੱਕ ਤੁਹਾਡਾ ਸਵਾਲ ਤੁਹਾਡੀ ਮਿਊਜ਼ਿਕ ਇੰਡਸਟਰੀ ਨਾਲ ਜੁੜਿਆ ਹੋਇਆ। ਤੁਸੀਂ ਹੁਣੇ ਬੱਬੂ ਮਾਨ ਹੁਣਾਂ ਦੇ ਨਾਲ ਮਿਲ ਕੇ ਇੱਕ ਗਾਣਾ ਕੱਢਿਆ ਸੀਗਾ ਦੁਬਾਰਾ, ਪੁਰਾਣੇ ਯਾਰ। ਸ਼ਾਇਦ ਮੈਂ ਬਹੁਤੇ ਗਾਣੇ ਸੁਣਦਾ ਨਹੀਂ, ਪੁਰਾਣੇ ਯਾਰ ਕਰਕੇ ਹੁਣ ਇਸ ਤਰ੍ਹਾਂ ਦੇ ਹੁਣ ਦੁਬਾਰਾ ਆਪਣੀਆਂ ਪੁਰਾਣੇ ਦੋਸਤਾਂ ਦੇ ਨਾਲ ਹੋਰ ਕਿਹੜੀਆਂ ਇਸ ਤਰ੍ਹਾਂ ਦੀਆਂ ਕੁਝ ਵੀਡੀਓਜ਼ ਲੈ ਕੇ ਆ ਰਹੇ ਹੋ? ਹਾਂਜੀ ਬਿਲਕੁਲ ਜੀ। ਉਹ ਗਾਣਾ ਬੱਬੂ ਬਾਈ ਨੇ ਲਿਖਿਆ ਸੀ, ਪੁਰਾਣੀ ਯਾਰੀ, ਉਹਦਾ ਟਾਈਟਲ ਅਸੀਂ ਰੱਖਿਆ। ਕਿਉਂਕਿ ਮੈਂ ਪਹਿਲੇ ਮਾਫੀ ਮੰਗ ਲਈ ਕਿ ਮੈਂ ਜ਼ਿਆਦਾ ਗਾਣੇ ਸੁਣਦਾ ਨਹੀਂ, ਇਸ ਲਈ ਮੈਨੂੰ ਪਤਾ ਨਹੀਂ। ਨਹੀਂ, ਕੋਈ ਗੱਲ ਨਹੀਂ। ਪੁਰਾਣੀ ਯਾਰੀ ਆ, ਕਿਉਂਕਿ ਜਿਹੜੀ ਪੈਸਾ ਉਹ ਹੱਥਾਂ ਦੀ ਖੇਡ ਹੈ ਹਨਾ, ਅੱਜ ਹੈ ਕੱਲ ਨਹੀਂ, ਲੇਕਿਨ ਜਿਹੜੀ ਯਾਰੀ ਦੋਸਤੀ ਆ, ਮੈਂ ਬਹੁਤ ਉਸ ਚੀਜ਼ ਬਿਲੀਵ ਕਰਦਾ, ਤੇ ਬਾਈ ਬੱਬੂ ਵੀ ਬਹੁਤ ਬਿਲੀਵ ਕਰਦਾ ਉਸ ਚੀਜ਼ 'ਚ। ਤੇ ਉਹ ਜਦੋਂ ਇੱਥੇ ਉਹਨਾਂ ਦਾ ਸ਼ੂਟ ਸੀਗਾ ਆਪਣੇ ਕੈਨੇਡਾ ਦੇ ਵਿੱਚ, ਟਰੂ ਰੂਟਸ ਪ੍ਰੋਡਕਸ਼ਨ ਨੇ ਕੀਤਾ, ਅੜ ਪੰਜਾਬੀ ਉਹਨਾਂ ਦਾ ਗਾਣਾ ਬਾਈ ਉਹਨਾਂ ਦਾ, ਫਿਰ ਅਸੀਂ ਇਕੱਠੇ ਹੀ ਰਹੇ ਹਾਂ ਤਕਰੀਬਨ ਹਨਾ 12-14 ਦਿਨ ਅਸੀਂ ਰੋਜ਼ ਮਿਲਦੇ ਹੁੰਦੇ ਸੀ। ਤੇ ਬਾਈ ਕਹਿੰਦਾ ਵੀ ਯਾਰ ਇੱਕ ਤੇਰੇ ਲਈ ਗਾਣਾ ਲਿਖਿਆ ਮੈਂ, ਤੇਰੇ ਉਸਤਾਦ ਸਟਾਈਲ ਆ, ਤੇ ਇਦਾਂ ਦੀ ਗੱਲਬਾਤ। ਉਹ ਗਾਣੇ 'ਚ ਬਹੁਤ ਵਧੀਆ ਗੱਲਾਂ ਲਿਖੀਆਂ ਨੇ ਹਨਾ, ਕਿਸਾਨੀ ਅੰਦੋਲਨ ਦੀਆਂ ਗੱਲਾਂ ਲਿਖੀਆਂ, ਯਾਰੀ ਦੋਸਤੀ ਦੀ ਗੱਲ ਲਿਖੀ ਆ, ਪੰਜਾਬੀ ਮਾਂ ਬੋਲੀ ਦੀ ਗੱਲ ਲਿਖੀ ਆ ਹਨਾ। ਬਾਈ ਬੱਬੂ ਬਾਈ ਤਾਂ ਪਹਿਲਾਂ ਤੋਂ ਕਰਦਾ ਆਇਆ ਇਹ ਚੀਜ਼ਾਂ। ਉਹਨਾਂ ਦੇ ਪੁਰਾਣੇ ਤੁਸੀਂ 15-16 ਸਾਲ ਗਾਣੇ ਪਹਿਲਾਂ ਵੀ ਸੁਣ ਲਓ, ਉਹਦੇ ਵਿੱਚ ਜਿਹੜੀਆਂ ਗੱਲਾਂ ਹੁਣ ਹੋ ਰਹੀਆਂ ਉਹ ਲਿਖੀਆਂ ਬਾਈ ਨੇ ਪਹਿਲਾਂ ਲਿਖੀਆਂ ਹੋਈਆਂ ਨੇ ਹਨਾ। ਸੋ ਉਹ ਗਾਣਾ ਇਹਨੂੰ ਬਹੁਤ ਪਿਆਰ ਮਿਲਿਆ, ਤੇ ਬਾਈ ਵੀਡੀਓ ਦੇ ਵਿੱਚ ਵੀ ਆਇਆ ਮੋਰੇ, ਜਿਹੜਾ ਬਾਈ ਨੇ ਸ਼ੇਰ ਬੋਲੇ ਆ। ਸੋ ਬਹੁਤ ਵਧੀਆ ਇਦਾਂ ਦੇ ਹੋਰ ਗਾਣੇ। ਬੱਬੂ ਮਾਨ ਨੇ ਬੜੇ ਮਤਲਬ ਗਾਇਕੀ ਦੇ ਵਿੱਚ ਬੜੇ ਪੋਲੀਟੀਕਲ, ਹਾਰਡਕੋਰ ਪੋਲੀਟੀਕਲ ਮੁੱਦਿਆਂ ਨੂੰ ਚੁੱਕਿਆ। ਤੁਸੀਂ ਬੱਬੂ ਮਾਨ ਨੂੰ ਨਹੀਂ ਕਦੇ ਸੁਝਾਅ ਦਿੱਤਾ ਕਿ ਪੋਲੀਟਿਕਸ 'ਚ ਆਉਣਾ ਚਾਹੀਦਾ, ਐਕਟਿਵ ਪੋਲੀਟਿਕਸ 'ਚ ਆਉਣਾ ਚਾਹੀਦਾ? ਹਾਂ, ਨਹੀਂ ਬਾਈ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ। ਬਾਈ ਕਹਿੰਦਾ ਨਹੀਂ ਵੀ ਇਹ ਕੰਮ ਸਾਡਾ ਨਹੀਂ ਹੈ, ਲੇਕਿਨ ਸਪੋਰਟ ਜ਼ਰੂਰ ਕਰਾਂਗੇ ਹਨਾ। ਤੇ ਉਹ ਕੁਦਰਤੀ ਗੱਲ ਹੁੰਦੀ ਆ, ਬੰਦੇ ਦਾ ਜਿਹੜਾ ਸੁਭਾਅ ਆ, ਬਹੁਤ ਨੌਲੇਜ ਆ ਬਾਈ ਨੂੰ, ਬਹੁਤ ਪੜ੍ਹਿਆ ਲਿਖਿਆ ਬੰਦਾ ਹਨਾ, ਤੇ ਬਹੁਤ ਆ। ਪਰ ਲੇਕਿਨ ਕਹਿੰਦਾ ਵੀ ਪੋਲੀਟਿਕਸ ਨਹੀਂ ਆਉਣਾ, ਪਰ ਜੇ ਕੋਈ ਆਪਣਾ ਬੰਦਾ ਆਊਗਾ ਵਧੀਆ, ਉਹਨੂੰ ਅਸੀਂ ਸਪੋਰਟ ਜ਼ਰੂਰ ਕਰਾਂਗੇ। ਆਖਰੀ ਸਵਾਲ, ਤੁਸੀਂ ਅੱਜ ਕੱਲ੍ਹ ਮੈਂ ਤੁਹਾਡੀ ਜਿਹੜੀ ਕੈਪ ਪਾ ਕੇ ਘੁੰਮਦੇ ਉਹਦੇ ਵੀ ਬਹੁਤ ਕਿੱਸੇ ਸੁਣਿਆ, ਕਹਿੰਦੇ ਕੋਈ ਖਾਸ ਰੀਜ਼ਨ ਹੈਗਾ ਕਿ ਜੈਜ਼ੀ ਵੀ ਬਾਸਕਟਬਾਲ ਟੀਮ ਲੈਕਰਸ ਦੀ ਟੋਪੀ ਪਾ ਕੇ ਘੁੰਮਦੇ? ਇਹਦੀ ਕੀ ਕਹਾਣੀ ਹੈ, ਵੀ ਦੱਸ ਦਿਓ। ਹਾਂ ਜੀ, ਨਹੀਂ ਟੀਮ ਸਾਡੀ ਹਾਰ ਗਈ ਦਰਅਸਲ। ਹੁਣ ਇਹ ਕੁਦਰਤੀ ਗੱਲ ਹੈ, ਜਿੱਤ ਤੇ ਹਾਰ ਬਣੀ ਹੋਈ ਆ। ਉਹ ਕਈ ਵਾਰ ਬੰਦਾ ਨਾ ਟੋਪੀ ਜੇ ਮੁੜ ਕੇ ਪਾਵੇ ਨਾ, ਕਹਿਣਾ ਲੈ ਹੁਣ ਹਾਰ ਗਿਆ, ਹੁਣ ਟੋਪੀ ਨਹੀਂ ਪਾਉਂਦਾ। ਅਸੀਂ ਗੱਲ ਐਂਡ ਤੇ ਉਹੀ ਆ ਗਈ ਵੀ ਅਸੀਂ ਹਮੇਸ਼ਾ ਖੜੇ ਆ ਹਨਾ, ਆਪਣੀ ਟੀਮ ਦੇ ਨਾਲ ਵੀ ਖੜੇ ਆ, ਆਪਣੇ ਲੋਕਾਂ ਦੇ ਨਾਲ ਵੀ ਖੜੇ ਆ, ਆਪਣੇ ਸੱਜਣਾ ਮਿੱਤਰਾਂ, ਆਪਣੇ ਯਾਰਾਂ ਦੋਸਤਾਂ ਦੇ ਨਾਲ ਵੀ ਖੜੇ ਆ। ਕਦੇ ਇਹ ਨਹੀਂ ਰੰਗ ਨਹੀਂ ਬਦਲੇ ਹਨਾ, ਵੀ ਇੱਧਰ ਨਹੀਂ ਆ ਹੁਣ ਜਿੱਤਣ ਲੱਗ ਗਿਆ ਇੱਧਰ ਚੱਲ ਜੀਏ ਨਾ। ਟੀਮ ਬੇਸ਼ੱਕ ਹਾਰ ਗਈ ਆ, ਪਰ ਚੜ੍ਹਦੀ ਕਲਾ ਚ ਏਦਾਂ ਆ। ਚੜ੍ਹਦੀ ਕਲਾ 'ਚ। ਬਹੁਤ ਬਹੁਤ ਧੰਨਵਾਦ ਜੈ ਜੀ ਬਾਈ, ਗੱਲਬਾਤ ਕਰਨ ਦੇ ਲਈ, ਸਮਾਂ ਦੇਣ ਦੇ ਲਈ। ਉਮੀਦ ਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਨਾਲ ਕਿਸਾਨ ਅੰਦੋਲਨ ਨੂੰ ਪਹਿਲਾਂ ਸਪੋਰਟ ਕਰਦੇ ਰਹੇ ਹੋ, ਗਾਂ ਵੀ ਕਰਦੇ ਰਹੋਗੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਪਮਨ ਜੀ। ਮੈਂ ਤੁਹਾਡਾ ਵੀ ਸਾਰੇ ਚੈਨਲ ਦਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਕਿਸਾਨਾਂ ਦੀ, ਤੇ ਇਹ ਬਹੁਤ ਵਧੀਆ ਗੱਲ ਹੈ, ਕਿਉਂਕਿ ਜੇ ਆਪਾਂ ਨਹੀਂ, ਤੁਸੀਂ ਨਹੀਂ ਸਪੋਰਟ ਕਰੋਗੇ ਤਾਂ ਫਿਰ ਲੋਕਾਂ ਤੱਕ ਆਵਾਜ਼ ਨਹੀਂ ਪਹੁੰਚਣੀ। ਸੋ ਮੈਂ ਸਾਰਿਆਂ ਦਾ, ਤੁਹਾਡੀ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ ਜੀ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੇ ਇਹੀ ਅਰਦਾਸ ਆ ਮਾਲਕ ਅੱਗੇ ਵੀ ਜਲਦੀ ਸਾਡੇ ਜਿਹੜੇ ਕਿਸਾਨ ਵੀਰ ਉੱਥੇ, ਭੈਣਾਂ, ਮਾਤਾਵਾਂ, ਬਜ਼ੁਰਗ ਬੈਠੇ ਨੇ, ਉਹ ਜਿੱਤ ਕੇ ਆਪੋ ਆਪਣੇ ਘਰੇ ਆਉਣ ਤੇ ਖੁਸ਼ੀਆਂ ਤੇ ਖੇੜੇ ਮਾਣਨ। ਬਹੁਤ ਬਹੁਤ ਧੰਨਵਾਦ। ਥੈਂਕ ਯੂ।